दीन दर्द दुख भंजना, घट घट नाथ अनाथो। शरण तुम्हारी आयो, नानक के प्रभ साथो। फिरत फिरत प्रभ आया, परया तो शरण आए। नानक की प्रभ बेनती, अपनी भगति लाए। बहु शास्त्र बहु सिमरती, वेखे सर्ब ढंढोल। ऊजस नाही हर हरे, नानक नाम अमोल। पूरा प्रभ आराध्या, पूरा जाका नाओ। नानक पूरा पाया, पूरे के गुण गाओ। सुखाओ होटल गुर सेविया, अहनस सहज सुभाए। दर्शन परसिय गुरु के, जन्म मरण दुख जाए। दर्शन परसिय गुरु के, जन्म मरण दुख जाए। सतनाम श्री वाहिगुरु साहिब जीओ। बिहागड़े की वार महला चौथा। एक ओंकार सतगुर प्रसाद। श्लोक महला तीजा। गुर सेवा ते सुख पाइया, होर था सुख ना पाल। गुर का शब्द मन भेदिया, सदा वसे हर नाल। नानक नाम तिना को मिला, जिन हर वेखा नदर निहाल। गुर सेवा ते सुख पाइया, होर ता सुख ना पाल। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਦੇ ਅੰਦਰ ਸ਼ਸ਼ੋਭਤ ਹੋ ਕਰਕੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਔਰ ਨਿਤਨੇਮ ਸਰਵਣ ਕੀਤੇ। ਮਿਲਿਆ ਹੋਇਆ ਇਹ ਮਨੁੱਖਾ ਜਨਮ ਦਾ ਜੋ ਲਾਭ ਹੈ, ਜੋ ਸਵਾਸ ਹਨ, ਆਪ ਸੰਗਤਾਂ ਨੇ ਸਤ ਸੰਗਤ ਵਿੱਚ ਸਫਲੇ ਬਣਾਏ। ਇਸ ਵੇਲੇ ਲੜੀਵਾਰ ਜੋ ਕਥਾ ਆਪਾਂ ਸਰਵਣ ਕਰਦੇ ਹਾਂ, ਇਹ ਸਮਾਂ ਆਪਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਕੁਝ ਸਮੇਂ ਵਾਸਤੇ ਆਪਣੇ ਧਿਆਨ ਨੂੰ ਟਿਕਾਈਏ, ਆਪਣੇ ਮਨ ਨੂੰ ਟਿਕਾਈਏ ਗੁਰੂ ਚਰਨਾਂ ਦੇ ਅੰਦਰ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਇਹ ਜੋ ਸਾਡਾ ਮਨ ਹੈ, ਕਦੇ ਸਵਰਗਾਂ ਦੇ ਪਦਾਰਥਾਂ ਦੀ ਇੱਛਾ ਕਰਦਾ, ਕਦੇ ਪਤਾਲ ਦੇ ਪਦਾਰਥਾਂ ਦੀ ਇੱਛਾ ਕਰਦਾ ਹੈ, ਕਦੇ ਮਾਤ ਲੋਕ ਦੇ ਪਦਾਰਥਾਂ ਦੀ ਇੱਛਾ ਕਰਦਾ, ਟਿਕਦਾ ਨਹੀਂ ਹੈ।
ਇਹ ਭਜਦੇ ਹੋਏ ਦੌੜਦੇ ਹੋਏ ਮਨ ਨੂੰ ਗੁਰੂ ਕਿਰਪਾ ਨਾਲ, ਗੁਰੂ ਬਖਸ਼ਿਸ਼ ਨਾਲ ਟਿਕਾਈਏ। ਭਾਵਨਾ ਦੇ ਨਾਲ ਅੱਜ ਦਾ ਉਪਦੇਸ਼ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਹਾਗੜੇ ਕੀ ਵਾਰ ਮਹੱਲਾ ਚੌਥਾ। ਬਿਹਾਗੜਾ ਰਾਗ ਦਾ ਨਾਮ ਹੈ। ਵਿਦਵਾਨਾਂ ਨੇ ਲਿਖਿਆ ਹੈ ਕੇਦਾਰਾ ਤੇ ਗੌੜੀ ਰਾਗ ਮਿਲ ਕੇ ਇਹ ਜੋ ਰਾਗ ਹੈ ਇਸ ਨੂੰ ਬਣਾਉਂਦੇ ਨੇ। ਸ਼ੁੱਧ ਬਿਲਾਵਲ ਥਾਟ ਦਾ ਇਹ ਰਾਗ ਹੈ। ਨਾਮ ਹੈ ਬਿਹਾਗੜਾ। ਇਸ ਦੇ ਗਾਉਣ ਦਾ ਸਮਾਂ ਵਿਦਵਾਨਾਂ ਨੇ ਅੱਧੀ ਰਾਤ ਲਿਖਿਆ ਹੈ। 12 ਵਜੇ ਦਾ ਸਮਾਂ ਇਸ ਰਾਗ ਨੂੰ ਗਾਉਣ ਦਾ ਨਿਯਤ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ 31 ਰਾਗ ਮਹਾਰਾਜ ਨੇ ਦਰਜ ਕੀਤੇ ਨੇ। ਇਹਨਾਂ ਰਾਗਾਂ ਦਾ ਸਮਾਂ ਵੀ ਵੱਖੋ ਵੱਖਰਾ ਹੈ। ਬਿਹਾਗੜੇ ਦਾ ਸਮਾਂ ਅੱਧੀ ਰਾਤ ਦਾ ਲਿਖਿਆ ਵੀ ਅੱਧੀ ਰਾਤ ਇਸ ਰਾਗ ਨੂੰ ਗਾਇਆ ਜਾਂਦਾ। ਇਹ ਜੋ ਵਾਰ ਹੈ 548 ਅੰਗ ਦੇ ਉੱਪਰ ਮਹਾਰਾਜ ਜੀਆਂ ਨੇ ਇਸ ਨੂੰ ਪ੍ਰਾਰੰਭ ਕੀਤਾ ਲਿਖਿਆ। ਮਹੱਲਾ ਚੌਥਾ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਤਿੰਨਾਂ ਦੀਆਂ ਪੌੜੀਆਂ ਇਸ ਵਾਰ ਦੇ ਵਿੱਚ ਆਪਾਂ ਨੂੰ ਪ੍ਰਾਪਤ ਹੋਣਗੀਆਂ। ਜਿੰਨੀਆਂ ਪੌੜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਨੇ। ਜਿਹੜੇ ਸ਼ਲੋਕ ਹਨ ਉਹ ਰਲੇ ਮਿਲੇ ਹਨ। ਸਾਰੇ ਗੁਰੂ ਸਾਹਿਬਾਂ ਦੇ ਸ਼ਲੋਕ ਮਹਾਰਾਜ ਨੇ ਦਰਜ ਕੀਤੇ ਨੇ। ਪੌੜੀਆਂ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਰਜਨ ਦੇ ਮਹਾਰਾਜ ਜੀ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਗੁਰਬਾਣੀ ਲਿਖਣ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀਆਂ ਨੇ ਮੰਗਲਾਚਰਨ ਲਿਖਿਆ। ਗੁਰੂ ਘਰ ਦੀ ਮੋਹਰ ਛਾਪ ਲਾਈ ਹੈ। ਇੱਕ ਓੰਕਾਰ। ਓੰਕਾਰ ਪਰਮਾਤਮਾ ਦਾ ਇੱਕ ਨਾਮ ਹੈ। ਪਰਮਾਤਮਾ ਦੇ ਕਈ ਨਾਮ ਨੇ। ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ ਗੁਰਬਾਣੀ ਦਾ ਬਚਨ ਹੈ। ਪਰਮਾਤਮਾ ਦੇ ਸਾਰੇ ਨਾਮਾਂ ਤੋਂ ਸਦਕੇ ਜਾਈਏ ਕਿਉਂਕਿ ਉਸ ਦੇ ਸਾਰੇ ਨਾਮ ਹੀ ਸੰਸਾਰ ਤੋਂ ਛਡਾਉਣ ਵਾਲੇ ਨੇ। ਉਹਨਾਂ ਸਾਰਿਆਂ ਨਾਮਾਂ ਦੇ ਵਿੱਚੋਂ ਜਿਹੜਾ ਉਹਦਾ ਵੱਡਾ ਨਾਮ ਸ਼੍ਰੋਮਣੀ ਨਾਮ ਹੈ ਉਸ ਨੂੰ ਆਖਿਆ ਜਾਂਦਾ ਓੰਕਾਰ। ਮਹਾਰਾਜ ਨੇ ਬਚਨ ਲਿਖਿਆ ਓੰਕਾਰ ਸੇ ਬਰਮਾ ਉਤਪਤ ਓੰਕਾਰ ਕੀਆ ਜਿਨ ਚਿਤ ਓੰਕਾਰ ਸੈਲ ਜੁਗ ਭੈ ਓੰਕਾਰ ਵੇਦ ਨਿਰਮੈ। ਇਹ ਉਹ ਸ਼ਬਦ ਹੈ ਜਿਸ ਸ਼ਬਦ ਨੂੰ ਅਕਾਲ ਪੁਰਖ ਨੇ ਆਪਣੇ ਮੂੰਹ ਆਖਿਆ ਤੇ ਸ੍ਰਿਸ਼ਟੀ ਦਾ ਨਿਰਮਾਣ ਹੋ ਗਿਆ। ਏਡਾ ਵੱਡਾ ਇਹ ਸ਼ਬਦ ਹੈ ਓੰਕਾਰ। ਕੇਲਾ ਇਹਨਾਂ ਬਚਨ ਕਹਿਣ ਦੇ ਨਾਲ ਦੁਨੀਆ ਬਣ ਗਈ। ਇਹ ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ੍ਰਿਸ਼ਟੀ ਨੂੰ ਸਾਜਣ ਵੇਲੇ ਅਕਾਲ ਪੁਰਖ ਦੇ ਮੂੰਹੋਂ ਬਚਨ ਨਿਕਲਿਆ ਓੰਕਾਰ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਉਹ ਓੰਕਾਰ ਪਰਮਾਤਮਾ ਇੱਕ ਹੈ। ਉਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਹੈ। ਨਾ ਕੋਈ ਬਣਿਆ ਨਾ ਕੋਈ ਬਣੇਗਾ। ਨਾ ਕੋ ਹੋਆ ਨਾ ਕੋ ਹੋਏ। ਨਾ ਕੋ ਉਹਦੇ ਵਰਗਾ ਪਹਿਲਾਂ ਸੀ ਨਾ ਉਹਦੇ ਵਰਗਾ ਕੋਈ ਬਾਅਦ ਵਿੱਚ ਵੀ ਨਹੀਂ ਹੋਵੇਗਾ। ਉਹ ਆਪਣੇ ਵਰਗਾ ਆਪ ਹੀ ਹੈ। ਆਪੇ ਆਪ ਨਿਰੰਜਨ ਸੋਏ। ਸਤਿਗੁਰ ਪ੍ਰਸਾਦ। ਜੇ ਐਸੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਤੈਨੂੰ ਗੁਰੂ ਦੀ ਪ੍ਰਸਾਦ ਕਹੀਏ ਖੁਸ਼ੀ ਲੈਣੀ ਪਵੇਗੀ। ਅਸੀਂ ਆਏ ਹਾਂ ਘਰ ਤੋਂ ਚੱਲ ਕੇ ਠੰਡ ਦੇ ਵਿੱਚ। ਕੋਈ ਪੈਦਲ ਆਇਆ ਕੋਈ ਵਹੀਕਲ 'ਤੇ ਆਇਆ। ਗੁਰੂ ਦਰਬਾਰ ਵਿੱਚ ਬੈਠੇ ਹਾਂ। ਕਾਹਦੇ ਵਾਸਤੇ ਆ ਕੇ ਬੈਠੇ ਆ? ਸਾਡੇ ਗੁਰੂ ਦੀ ਸਾਡੇ 'ਤੇ ਪ੍ਰਸੰਨਤਾ ਹੋਵੇ, ਖੁਸ਼ੀ ਹੋਵੇ, ਮਿਹਰ ਹੋਵੇ, ਸਾਡੇ 'ਤੇ ਤਰਸ ਹੋ ਜਾਵੇ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਸਤਿਗੁਰ ਪ੍ਰਸਾਦ। ਗੁਰੂ ਕਿਰਪਾ ਕਰੇ। ਸਤਿਗੁਰ ਪ੍ਰਸਾਦ ਤੋਂ ਭਾਵ ਹੈ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ। ਸ਼ਲੋਕ ਮਹੱਲਾ ਤੀਜਾ। ਜੋ ਆਪਾਂ ਸ਼ਲੋਕ ਸਰਵਨ ਕਰਨ ਜਾ ਰਹੇ ਹਾਂ ਇਹ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦਾ ਇਹ ਬਚਨ ਆਪਾਂ ਸਰਵਨ ਕਰ ਰਹੇ ਹਾਂ। ਗੁਰ ਸੇਵਾ ਤੇ ਸੁਖ ਪਾਈਐ ਹੋਰ
ਗੁਰਥੈ ਸੁਖ ਨਾ ਭਾਲ। ਪਾਤਸ਼ਾਹ ਬਖਸ਼ਿਸ਼ ਕਰਦੇ ਭਾਈ, ਜੇ ਤੂੰ ਸੁਖ ਪਾਉਣੇ ਚਾਹੁੰਦਾ ਹੈ, ਦੁਨੀਆ ਵਿੱਚ ਕੋਈ ਇਹੋ ਜਿਹਾ ਵਿਅਕਤੀ ਨਹੀਂ ਹੈ ਜਿਹੜਾ ਇਹ ਗੱਲ ਕਵੇ ਕਿ ਮੈਨੂੰ ਸੁਖ ਨਹੀਂ ਚਾਹੀਦਾ। ਸੁਖ ਦੀ ਭਾਲ ਵਾਸਤੇ ਦੁਨੀਆ ਦੌੜੀ ਫਿਰਦੀ ਐ। ਅਸੀਂ ਦੇਸ਼ ਤੋਂ ਵਿਦੇਸ਼ ਜਾਂਦੇ ਹਾਂ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂਦੇ ਕਾਹਦੇ ਵਾਸਤੇ? ਸੁਖ ਲੈਣ ਵਾਸਤੇ। ਪਰ ਉਹ ਸੁਖ ਮਿਲਣਾ ਕਿੱਥੋਂ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਜੇ ਤੂੰ ਸੁਖ ਲੱਭਣ ਵਾਸਤੇ ਦੌੜਿਆ ਹੈ ਤੇ ਜਿੰਨਾ ਮਰਜ਼ੀ ਦੌੜ ਲਾਈ ਚੱਲ, ਦੌੜਿਆ ਸੁਖ ਨਹੀਂ ਮਿਲਣਾ ਹੈ। ਸੁਖ ਕਿੱਥੋਂ ਮਿਲੇਗਾ? ਸੁਖ ਮਿਲਣਾ ਗੁਰੂ ਦੇ ਕੋਲੋਂ। ਗੁਰ ਸੇਵਾ ਤੇ ਸੁਖ ਉਪਜੈ। ਜਦੋਂ ਗੁਰੂ ਦੀ ਸੇਵਾ ਕਰੇਗਾ, ਸੇਵਾ ਦੇ ਵਿੱਚੋਂ ਸੁਖ ਮਿਲਣਾ ਹੈ। ਇਹੋ ਜਿਹਾ ਸੁਖ ਮਿਲਣਾ ਹੈ ਕਿ ਦੁਨੀਆ ਦੇ ਦੁੱਖ ਤੈਨੂੰ ਭੁੱਲ ਜਾਣਗੇ। ਦੁਨੀਆ ਭਾਵੇਂ ਸੰਕਟ ਵੀ ਦੇਵੇ, ਭਾਵੇਂ ਦੁੱਖ ਵੀ ਦੇਵੇ, ਭਾਵੇਂ ਤਾਨਾ ਵੀ ਮਾਰੇ, ਦੁਨੀਆ ਦੇ ਦੁੱਖਾਂ ਦੀ ਪਰਵਾਹ ਹੀ ਕੋਈ ਨਹੀਂ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਹੜਾ ਬਚਨ ਕਰਦੇ ਪਏ, ਇੱਕ ਵੇਲੇ ਲਾਹੌਰ ਦੀ ਸੰਗਤ ਜਿਹੜੀ ਹੈ ਨਾ, ਗੋਇੰਦਵਾਲ ਦੀ ਧਰਤੀ 'ਤੇ ਪਹੁੰਚੀ ਹੈ। ਕਿਉਂਕਿ ਭਾਈ ਜੇਠਾ ਜੀ, ਜਿਨ੍ਹਾਂ ਦਾ ਨਾਮ ਗੁਰੂ ਰਾਮਦਾਸ ਪਾਤਸ਼ਾਹ ਹੈ, ਲਾਹੌਰ ਦੇ ਰਹਿਣ ਵਾਲੇ, ਅਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਪੁੱਤਰੀ ਦੇ ਨਾਲ ਉਹਨਾਂ ਨੇ ਵਿਆਹ ਕਰਵਾਇਆ। ਲਾਹੌਰ ਦੇ ਕੁਝ ਜਿਹੜੇ ਪਤਵੰਤੇ ਸਨ, ਮੋਹਰੀ ਸਨ, ਉਹਨਾਂ ਨੇ ਸੋਚਿਆ ਵੀ ਸਾਡੇ ਸ਼ਹਿਰ ਦਾ ਲੜਕਾ ਜਿਹੜਾ ਹੈ ਉਹ ਗੁਰੂ ਘਰ ਦਾ ਜਵਾਈ ਹੈ, ਚਲੋ ਆਪਾਂ ਜਾਣਾ ਹੈ ਤੀਰਥ ਯਾਤਰਾ 'ਤੇ, ਗੋਇੰਦਵਾਲ ਤੋਂ ਹੋ ਕੇ ਚੱਲਾਂਗੇ, ਉੱਥੇ ਬੜੀ ਆਪਣੀ ਸੇਵਾ ਹੋਵੇਗੀ, ਆਪਾਂ ਮਹਾਰਾਜ ਦੇ ਕੁੜਮੰਜੂ ਹੋਏ। ਇਸ ਤਰ੍ਹਾਂ ਬੜੀ ਖੁਸ਼ੀ ਦੇ ਨਾਲ ਚੱਲ ਕੇ ਜਦੋਂ ਗੋਇੰਦਵਾਲ ਪਹੁੰਚੇ ਤੇ ਕੀ ਵੇਖਦੇ ਨੇ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਸਿਰ ਦੇ ਉੱਪਰ ਮਿੱਟੀ ਦੀ ਟੋਕਰੀ ਚੁੱਕੀ ਹੋਈ ਹੈ। ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ, ਜਿੱਥੇ ਅੱਜ ਆਪਾਂ ਇਸ਼ਨਾਨ ਕਰਦੇ ਹਾਂ, ਬੌਲੀ ਸਾਹਿਬ, ਉਹਦੀ ਸੇਵਾ ਵਿੱਚ ਮਹਾਰਾਜ ਲੱਗੇ ਹੋਏ। ਤੇ ਉਸ ਵੇਲੇ ਆ ਕੇ ਉਹਨਾਂ ਲਾਹੌਰ ਦੇ ਲੋਕਾਂ ਨੇ ਵੇਖਿਆ ਵੀ ਜਿਸ ਦੇ ਮਾਣ ਕਰਕੇ ਅਸੀਂ ਆਏ ਹਾਂ, ਉਹਨੂੰ ਤੇ ਗੁਰੂ ਨੇ ਨੌਕਰ ਬਣਾਇਆ ਹੋਇਆ, ਮਿੱਟੀ ਸਿਰ 'ਤੇ ਚੁਕਾਈ ਹੋਈ ਹੈ, ਜਵਾਈਆਂ ਦੇ ਕੋਲੋਂ ਕੰਮ ਕਰਵਾਇਆ ਜਾ ਰਿਹਾ। ਗੁਰੂ ਅਮਰਦਾਸ ਪਾਤਸ਼ਾਹ ਜੀਆਂ ਨੂੰ ਬੜੇ ਇਹਨਾਂ ਨੇ ਮਾੜੇ ਬਚਨ ਕਹੇ, ਬੜੇ ਖੋਟੇ ਬਚਨ ਕਹੇ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਪਤਾ ਲੱਗਾ ਵੀ ਸਾਡੇ ਨਗਰ ਦੇ ਲੋਕ ਆਏ ਨੇ, ਇਹਨਾਂ ਨੂੰ ਗੁਰੂ ਦੀ ਉਪਮਾ ਦਾ ਪਤਾ ਹੀ ਨਹੀਂ ਹੈ, ਆਪੇ ਆ ਕੇ ਮਾਫੀ ਮੰਗੀ, ਮਹਾਰਾਜ ਇਹਨਾਂ ਨੂੰ ਬਖਸ਼ ਲਓ, ਇਹਨਾਂ ਨੂੰ ਪਤਾ ਹੀ ਨਹੀਂ ਹੈ, ਇਹ ਦੁਨੀਆ ਦੇ ਲੋਕ ਤੇ ਸੁੱਖ ਲੱਭਦੇ ਫਿਰਦੇ ਥਾਵਾਂ ਥਾਵਾਂ 'ਤੇ, ਪਰ ਇਹਨਾਂ ਨੂੰ ਪਤਾ ਨਹੀਂ ਕਿ ਸੁੱਖ ਤੇ ਗੁਰੂ ਦੀ ਸੇਵਾ ਵਿੱਚੋਂ ਮਿਲਦਾ। ਮੈਨੂੰ ਮਿਲਿਆ ਸੇਵਾ ਕਰਕੇ ਤੇ ਮੈਂ ਤਾਂ ਮਿੱਟੀ ਦੀ ਟੋਕਰੀ ਚੁੱਕੀ ਬੈਠਾ ਹਾਂ। ਇਹ ਲੋਕ ਉਮਰ ਦੇ ਵਿੱਚ ਵੱਡੇ ਜ਼ਰੂਰ ਨੇ, ਪਰ ਇਹਨਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਹੈ ਵੀ ਸੁੱਖ ਕਿਸੇ ਦੁਕਾਨ ਤੋਂ, ਕਿਸੇ ਬਾਜ਼ਾਰ ਤੋਂ ਨਹੀਂ ਮਿਲਦਾ। ਜੇ ਸੁੱਖ ਮਿਲਣਾ ਹੈ ਤੇ ਗੁਰੂ ਦੀ ਸੇਵਾ ਵਿੱਚੋਂ ਪ੍ਰਾਪਤ ਹੋਣਾ। ਇਹ ਤੁਹਾਡੀ ਕਿਰਪਾ ਹੋਈ ਹੈ ਜੋ ਤੁਸੀਂ ਮੈਨੂੰ ਸਮਝਾ ਦਿੱਤਾ ਤੇ ਮੈਂ ਤੁਹਾਡੀ ਸੇਵਾ ਵਿੱਚ ਲੱਗਾ। ਇਹ ਲੋਕ ਅਣਜਾਣ ਨੇ ਮਹਾਰਾਜ, ਜਾਣਦੇ ਨਹੀਂ ਵੀ ਸੁੱਖ ਮਿਲਦਾ ਕਿੱਥੋਂ ਹੈ। ਇਤਿਹਾਸ ਦੀ ਗਵਾਹੀ ਆਪਾਂ ਤਾਂ ਲਈ ਹੈ ਵੀ ਦੁਨੀਆ ਦੇ ਲੋਕ ਸੁੱਖ ਭਾਲਣ ਵਾਸਤੇ ਵੱਡੀਆਂ ਵੱਡੀਆਂ ਥਾਵਾਂ 'ਤੇ ਰਿਸ਼ਤਾ ਜੋੜਦੇ ਨੇ ਕਿ ਬਹੁਤਾ ਧਨਾੜ ਵਿਅਕਤੀ ਹੋਵੇਗਾ, ਉਹਦੇ ਨਾਲ ਰਵਾਂਗਾ, ਰਿਸ਼ਤੇਦਾਰੀ ਬਣੇਗੀ, ਸੁੱਖ ਮਿਲੇਗਾ। ਵੱਡੇ ਵੱਡੇ ਦੇਸ਼ਾਂ ਦੀ ਯਾਤਰਾ ਕਰਦੇ ਨੇ, ਵੱਡੇ ਵੱਡੇ ਬਾਜ਼ਾਰਾਂ ਦੇ ਵਿੱਚ ਜਾਂ ਬੜੀਆਂ ਬੜੀਆਂ ਚੰਗੀਆਂ ਥਾਵਾਂ 'ਤੇ ਘੁੰਮ ਕੇ ਸੈਰ ਕਰਕੇ ਆਉਂਦੇ, ਸੁੱਖ ਮਿਲੇਗਾ। ਮਹਾਰਾਜ ਕਹਿਣ ਲੱਗੇ ਨਹੀਂ, ਗੁਰ ਸੇਵਾ ਤੇ ਸੁੱਖ ਪਾਈਐ। ਜੇ ਸੁੱਖ ਪਾਉਣਾ ਚਾਹਣਾ ਤੇ ਗੁਰੂ ਦੀ ਸੇਵਾ ਵਿੱਚੋਂ ਮਿਲਣਾ, ਜਿਵੇਂ ਭਾਈ ਜੇਠਾ ਜੀ ਨੇ ਪਾਇਆ। ਜੇ ਸੁੱਖ ਪਾਉਣਾ ਚਾਹਣਾ ਤੇ ਗੁਰੂ ਅੰਗਦ ਸਾਹਿਬ ਦੀ ਸੇਵਾ ਦੇ ਵਿੱਚੋਂ, ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਨੇ 12 ਸਾਲ ਗਾਗਰ ਦੀ ਸੇਵਾ ਕਰਕੇ, ਪਾਣੀ ਕਰਕੇ ਸੁੱਖ ਪਾਇਆ। ਇਹ ਸੁੱਖ ਇਸ ਤਰ੍ਹਾਂ ਮਿਲਦਾ ਹੈ। ਸੁੱਖ ਇਸ ਤਰ੍ਹਾਂ ਮਿਲਣਾ ਹੈ ਜਿਵੇਂ ਭਾਈ ਲਹਿਣਾ ਸਾਹਿਬ ਜੀਆਂ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਕੀਤੀ ਹੈ। ਸੁੱਖ ਸੇਵਾ ਵਿੱਚੋਂ ਮਿਲਣਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਸੇਵਾ ਦੇ ਵਿੱਚੋਂ ਮੁਕਤੀ ਮਿਲ ਜਾਂਦੀ ਹੈ। ਸੇਵਾ ਦੇ ਵਿੱਚੋਂ ਭੁਗਤ ਕਹੀਏ ਪਦਾਰਥ ਮਿਲ ਜਾਂਦੇ ਹਨ। ਸੇਵਾ ਕਰਕੇ ਜੁਗਤੀ ਮਿਲ ਜਾਂਦੀ ਹੈ ਵੀ ਮੁਕਤ ਕਿਵੇਂ ਹੋਣਾ ਹੈ। ਸੇਵਾ ਕਰਕੇ ਤਰੀਕਾ ਲੱਭ ਜਾਂਦਾ ਵੀ ਗੁਰੂ ਨੂੰ ਪ੍ਰਸੰਨ ਕਿਵੇਂ ਕਰਨਾ ਹੈ, ਗੁਰੂ ਨੂੰ ਖੁਸ਼ ਕਿਵੇਂ ਕਰਨਾ ਹੈ। ਇਹ ਸਾਰੀਆਂ ਦਾਤਾਂ ਸੇਵਾ ਵਿੱਚੋਂ ਮਿਲਦੀਆਂ ਨੇ।
ਜਿਨ੍ਹਾਂ ਨੇ ਸੇਵਾ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰ ਸੇਵਾ ਤੇ ਸੁਖ ਪਾਈਐ। ਭਾਈ ਜੇ ਸੁਖ ਲੈਣਾ ਚਾਹੁੰਦਾ ਨਾ, ਫਿਰ ਗੁਰੂ ਦੀ ਸੇਵਾ ਕਰ, ਗੁਰੂ ਦਰਬਾਰ ਦੀ ਸੇਵਾ ਕਰ। ਤੇ ਗੁਰੂ ਦੀ ਸੇਵਾ ਕੀ ਹੈ? ਹੁਣ ਸਾਡੇ ਮਨ ਵਿੱਚ ਸਵਾਲ ਆ ਗਿਆ ਵੀ ਗੁਰੂ ਦੀ ਸੇਵਾ ਹੈ ਕੀ, ਕਿਹੜੀ ਸੇਵਾ ਕਰੀਏ? ਕਿਉਂਕਿ ਸੇਵਾ ਹੋਵੇਗੀ ਜੇ ਸਰੀਰ ਚੱਲੇਗਾ। ਹੁਣ ਜਿਹਦਾ ਸਰੀਰ ਮੰਜੇ ਤੇ ਪਿਆ ਹੋਇਆ ਉਹ ਸੇਵਾ ਕਿਵੇਂ ਕਰੇਗਾ? ਜਿਹਦੇ ਕੋਲੋਂ ਗੁਰੂ ਦਾ ਘਰ ਦੂਰ ਹੈ ਉਹ ਸੇਵਾ ਕਿਵੇਂ ਕਰੇਗਾ? ਇਹ ਸਵਾਲ ਸਾਡੇ ਮਨ ਵਿੱਚ ਬਣ ਗਿਆ ਵੀ ਮੈਂ ਸੇਵਾ ਕੀ ਕਰਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਰਿਆਂ ਤੋਂ ਵੱਡੀ ਸੇਵਾ ਹੈ ਗੁਰੂ ਦੀ, ਜੋ ਨਾਮ ਧਿਆਉਣਾ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਗੁਰਮੁਖਾ, ਸਾਰਿਆਂ ਤੋਂ ਵੱਡੀ ਗੁਰੂ ਦੀ ਪੂਜਾ, ਸਾਰਿਆਂ ਤੋਂ ਵੱਡੀ ਗੁਰੂ ਦੀ ਸੇਵਾ ਹੈ ਉਸ ਦਾ ਦਿੱਤਾ ਹੋਇਆ ਉਪਦੇਸ਼ ਕਮਾਉਣਾ। ਜੇ ਤੂੰ ਘਰੇ ਬੈਠਿਆ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ, ਸੁਖਮਨੀ ਸਾਹਿਬ ਦਾ ਪਾਠ ਕਰਦਾ ਪਿਆ, ਵਾਹਿਗੁਰੂ ਮੰਤਰ ਦਾ ਚਿੰਤਨ ਕਰਦਾ ਪਿਆ, ਇਹ ਸਭ ਤੋਂ ਵੱਡੀ ਸੇਵਾ ਤੂੰ ਗੁਰੂ ਦੀ ਕਰਦਾ ਪਿਆ। ਸਾਰਿਆਂ ਤੋਂ ਵੱਡੀ ਸੇਵਾ ਤੈਨੂੰ ਪ੍ਰਾਪਤ ਹੋ ਰਹੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ, ਹੋਰ ਥੈ ਸੁਖ ਨਾ ਭਾਲ। ਗੁਰੂ ਨੂੰ ਛੱਡ ਕੇ ਹੋਰਾਂ ਥਾਵਾਂ 'ਤੇ ਸੁੱਖ ਮਿਲਣਾ ਹੀ ਨਹੀਂ ਹੈ। ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲੈ ਕਿ ਮੈਂ ਫਲਾਣੀ ਥਾਂ 'ਤੇ ਜਾਵਾਂਗਾ ਉੱਥੋਂ ਸੁੱਖ ਮਿਲੇਗਾ, ਇਸ ਬਾਜ਼ਾਰ ਵਿੱਚੋਂ ਉਸ ਦੇਸ਼ ਵਿੱਚੋਂ ਮਿਲੇਗਾ, ਨਹੀਂ। ਇਹ ਤੈਨੂੰ ਅਸੀਂ ਦੱਸ ਦਿੰਦੇ ਹਾਂ, ਹੋਰ ਥੈ, ਹੋਰ ਥਾਵਾਂ 'ਤੇ ਸੁੱਖ ਨਾ ਭਾਲ। ਸੁੱਖ ਲੱਭਣ ਦਾ ਯਤਨ ਨਾ ਕਰ। ਸੁੱਖ ਮਿਲਣਾ ਹੈ ਤੇ ਗੁਰੂ ਦੀ ਸੇਵਾ ਵਿੱਚੋਂ ਮਿਲਣਾ, ਨਹੀਂ ਤੇ ਕਿਤਿਓਂ ਵੀ ਨਹੀਂ ਮਿਲਣਾ। ਤੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਨਾ, ਉਹ ਆਰੇ ਥੱਲੇ ਬੈਠੇ ਚੀਰੇ ਜਾ ਰਹੇ ਨੇ, ਪਾਣੀ ਦੀ ਗਾਗਰ ਵਿੱਚ ਉਬਾਲੇ ਜਾ ਰਹੇ ਨੇ, ਪਰ ਸੁੱਖ ਹੀ ਗੁਰੂ ਨੇ ਇਹੋ ਜਿਹਾ ਦੇ ਦਿੱਤਾ, ਉਹਨਾਂ ਨੂੰ ਦੁਨੀਆ ਦੇ ਦੁੱਖ ਦੇ ਨਾਲ ਦੁੱਖ ਹੋਇਆ ਹੀ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਜਿਹੜਾ ਦੁੱਖ ਦੇ ਵਿੱਚ ਵੀ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦਾ, ਜਿਹੜਾ ਦੁੱਖ ਦੀ ਪੀੜਾ ਦੇ ਨਾਲ ਵੀ ਆਪਣੇ ਆਪ ਨੂੰ ਮਹਿਸੂਸ ਨਹੀਂ ਕਰਦਾ ਮੈਂ ਦੁਖੀ ਹੋ ਰਿਹਾ, ਐਸਾ ਜਿਹੜਾ ਭਾਣਾ ਮੰਨਣ ਵਾਲਾ ਹੈ, ਸੁਖ ਉਹਨੂੰ ਪ੍ਰਾਪਤ ਹੋਇਆ ਹੈ। ਗੁਰ ਕਾ ਸ਼ਬਦ ਮਨ ਭੇਦੀਐ, ਸਦਾ ਵਸੈ ਹਰ ਨਾਲ। ਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਸ਼ਬਦ ਦੇ ਨਾਲ। ਗੁਰੂ ਸ਼ਬਦ ਕੀ ਹੈ? ਗੁਰੂ ਦਾ ਉਪਦੇਸ਼। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੇ ਨਾਲ ਆਪਣੇ ਮਨ ਨੂੰ ਮਿਲਿਆ ਹੈ। ਅਸੀਂ ਗੁਰੂ ਦੇ ਕੋਲ ਆਉਂਦੇ ਜ਼ਰੂਰ ਹਾਂ, ਮੱਥਾ ਜ਼ਰੂਰ ਟੇਕਦੇ ਹਾਂ, ਪਰ ਗੁਰੂ ਦੇ ਉਪਦੇਸ਼ ਦੇ ਨਾਲ ਮਨ ਨਹੀਂ ਮਿਲਿਆ। ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਮੰਨਿਆ ਨਹੀਂ ਹੈ। ਜੇ ਮੰਨਿਆ ਹੋਵੇ ਤੇ ਪ੍ਰਾਪਤੀ ਹੋ ਜਾਵੇ। ਸੁਣਦੇ ਜ਼ਰੂਰ ਹਾਂ, ਪਰ ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਨਹੀਂ ਵਸਾਇਆ ਵੀ ਇਹ ਹੋ ਸਕਦਾ ਹੈ। ਜੇ ਵਸਾ ਲੈਂਦਾ ਤੇ ਪ੍ਰਾਪਤੀ ਕਿਵੇਂ ਨਾ ਹੁੰਦੀ, ਹੋ ਜਾਂਦੀ ਜ਼ਰੂਰ, ਪਰ ਨਹੀਂ ਵਸਾਇਆ ਮਨ ਵਿੱਚ, ਪ੍ਰਾਪਤੀ ਤਾਂ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਗੁਰ ਕੈ ਸ਼ਬਦ ਮਨ ਭੇਦੀਐ। ਆਪਣੇ ਮਨ ਨੂੰ ਮਲਾਲਾ ਗੁਰੂ ਸ਼ਬਦ ਦੇ ਨਾਲ, ਗੁਰੂ ਉਪਦੇਸ਼ ਦੇ ਨਾਲ ਵੀ ਮੇਰਾ ਗੁਰੂ ਇਹ ਗੱਲ ਕਹਿੰਦਾ ਹੈ ਤੇ ਇਹ ਗੱਲ ਸੱਚੀ ਹੈ, ਇਹਦੇ ਵਿੱਚ ਮੈਨੂੰ ਲਾਭ ਹੈ, ਮੈਨੂੰ ਮੰਨਣੀ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ, ਸਲਾਮ ਜਵਾਬ ਦੋਵੇਂ ਕਰੈ, ਮੁੱਢੋ ਕੁੱਥਾ ਜਾਏ। ਸਲਾਮ ਕੀਤੀ ਹੈ, ਮੱਥਾ ਟੇਕਿਆ, ਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ। ਜਦੋਂ ਗੁਰੂ ਨੇ ਉਪਦੇਸ਼ ਦਿੱਤਾ, ਬਚਨ ਦਿੱਤਾ, ਤੇ ਕਹਿਣ ਲੱਗਾ ਨਹੀਂ ਇਹ ਨਹੀਂ ਮੰਨ ਸਕਦਾ। ਮਹਾਰਾਜ ਕਹਿੰਦੇ ਤੂੰ ਤੇ ਮੁੱਢ ਤੋਂ ਹੀ ਭੁੱਲ ਗਿਆ, ਗੁਰੂ ਦੇ ਉਪਦੇਸ਼ ਨੂੰ ਮੰਨਿਆ ਜੂ ਨਹੀਂ ਹੈ। ਸਤਿਗੁਰੂ ਕਹਿਣ ਲੱਗੇ, ਗੁਰ ਕੈ ਸ਼ਬਦ ਮਨ ਭੇਦੀਐ। ਜਿਨ੍ਹਾਂ ਨੇ ਆਪਣਾ ਮਨ ਗੁਰੂ ਸ਼ਬਦ ਨਾਲ ਮਿਲਾਇਆ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਦਾ ਵਸੈ ਹਰ ਨਾਲ। ਹਰੀ ਪਰਮਾਤਮਾ ਸਦਾ ਫਿਰ ਉਹਨਾਂ ਨਾਲ ਵਸਦਾ ਹੈ। ਪਾਛੈ ਲਾਗੈ ਹਰ ਫਿਰੋ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਜਿਸ ਤਰ੍ਹਾਂ ਮਾਂ ਬੱਚੇ ਦੇ ਪਿੱਛੇ ਦੌੜੀ ਫਿਰਦੀ ਹੈ ਨਾ, ਕਿਉਂਕਿ ਉਸ ਨੂੰ ਪਤਾ ਮੈਂ ਇਹਨੂੰ ਜਣਿਆ ਹੈ, ਮੈਂ ਇਹਨੂੰ ਜਨਮ ਦਿੱਤਾ ਹੈ। ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਬਣ ਜਾਂਦੇ ਨੇ, ਪਰਮਾਤਮਾ ਉਹਨਾਂ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਦਾ ਵਸੈ ਹਰ ਨਾਲ। ਪਰਮਾਤਮਾ ਸਦਾ ਉਹਨਾਂ ਗੁਰਮੁਖਾਂ ਦੇ ਨਾਲ ਵਸਦਾ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਸ਼ਬਦ ਨਾਲ ਮਿਲਿਆ ਹੈ, ਗੁਰੂ ਦੇ ਉਪਦੇਸ਼ ਨੂੰ ਜਿਨ੍ਹਾਂ ਨੇ ਕਮਾਇਆ।
ਦੂਜਾ ਅਰਥ ਵਿਦਵਾਨ ਇਸ ਤਰ੍ਹਾਂ ਕਰਦੇ ਨੇ, ਗੁਰ ਕੈ ਸ਼ਬਦ ਮਨ ਭੇਦੀਐ। ਇਹ ਜੋ ਸਾਡਾ ਮਨ ਹੈ ਬੜਾ ਕਠੋਰ ਹੈ, ਤੇ ਕਠੋਰ ਚੀਜ਼ ਨੂੰ ਤੋੜ ਕੇ ਹੀ ਉਹਦੀ ਅੱਗੇ ਕੋਈ ਵਸਤੂ ਬਣਦੀ ਹੈ। ਮਹਾਰਾਜ ਕਹਿਣ ਲੱਗੇ ਆਪਣੇ ਕਠੋਰ ਮਨ ਨੂੰ ਗੁਰੂ ਸ਼ਬਦ ਦੇ ਨਾਲ ਵਿੰਨ ਦੇਣਾ ਕਰ। ਗੁਰੂ ਦਾ ਸ਼ਬਦ ਆਪਣੇ ਕਠੋਰ ਮਨ ਵਿੱਚ ਜਦੋਂ ਵਸਾਏਗਾ ਤੇਰਾ ਮਨ ਨਰਮ ਹੋ ਜਾਏਗਾ, ਤੇਰੇ ਮਨ ਵਿੱਚ ਨਿਮਰਤਾ ਆ ਜਾਏਗੀ। ਜਿਨ੍ਹਾਂ ਨੇ ਮਨ ਵਿੱਚ ਨਿਮਰਤਾ ਧਾਰਨ ਕੀਤੀ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਨਿਵਾਇਆ ਹੈ, ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਨਾਲ ਹਰੀ ਪਰਮਾਤਮਾ ਹਰ ਵੇਲੇ ਵਸਦਾ ਹੈ, ਹਰ ਵੇਲੇ ਉਹਨਾਂ ਨੂੰ ਪ੍ਰਾਪਤੀ ਹੈ। ਨਾਨਕ ਨਾਮ ਤਿਨਾ ਕਉ ਮਿਲੇ, ਜਿਨ ਹਰ ਵੇਖੈ ਨਦਰ ਨਿਹਾਲ। ਉਹਦੇ ਵਿੱਚ ਨਾਮ ਉਹਨਾਂ ਨੂੰ ਮਿਲਦਾ ਹੈ। ਮਹਾਰਾਜ ਕਿਹਨਾਂ ਨੂੰ? ਕਹਿਣ ਲੱਗੇ ਜਿਨ੍ਹਾਂ ਦੇ ਉੱਪਰ ਗੁਰੂ ਮਿਹਰ ਦੀ ਨਜ਼ਰ ਦੇ ਨਾਲ ਤੱਕਦਾ ਹੈ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਯਾਤਰਾ 'ਤੇ ਜਾਣ ਲੱਗੇ ਨਾ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਤੇ ਭਾਈ ਬਾਲਾ ਸਾਹਿਬ ਜੀ ਨੂੰ ਕਹਿਣ ਲੱਗੇ, ਭਾਈ ਬਾਲਾ ਜੀ ਮੰਗੋ ਕੀ ਚਾਹੀਦਾ, ਜੋ ਮੰਗੋਗੇ ਮਿਲ ਜਾਏਗਾ। ਤੇ ਭਾਈ ਬਾਲਾ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਦੁਨੀਆ ਦਾ ਪਦਾਰਥ ਨਹੀਂ, ਮੈਨੂੰ ਤੇ ਇਹ ਚਾਹੀਦਾ ਮੈਂ ਸਦਾ ਤੁਹਾਡੀ ਆਗਿਆ ਵਿੱਚ ਰਵਾਂ। ਕਿਹੋ ਜਿਹਾ ਵੀ ਸਮਾਂ ਆ ਜਾਵੇ, ਸੰਕਟ ਵਾਲਾ, ਦੁੱਖ ਵਾਲਾ, ਸੁੱਖ ਵਾਲਾ, ਪਰ ਕਦੇ ਇਹੋ ਜਿਹਾ ਮੇਰਾ ਸੁਭਾਅ ਨਾ ਬਣੇ ਵੀ ਮੈਂ ਤੁਹਾਡੇ ਬਚਨ ਨੂੰ ਨਾ ਕਹਿ ਸਕਾਂ। ਮੈਂ ਸਦਾ ਤੁਹਾਡੀ ਆਗਿਆ ਦੇ ਵਿੱਚ ਰਵਾਂ, ਇਹ ਮੈਨੂੰ ਵਰ ਦੇ ਦਿਓ। ਤੇ ਜਦੋਂ ਇਹ ਬਚਨ ਕੀਤਾ ਨਾ ਭਾਈ ਬਾਲਾ ਜੀ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ ਤੈਨੂੰ ਕਦੇ ਕਰਤਾਰ ਨਾ ਵਿਸਰੇ, ਤੈਨੂੰ ਸਦਾ ਕਰਤਾਰ ਚੇਤੇ ਰਵੇ। ਇਹ ਵਰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਮਹਾਰਾਜ ਕਹਿਣ ਲੱਗੇ ਨਾਨਕ ਨਾਮ ਤਿਨਾ ਕੋ ਮਿਲੈ, ਨਾਮ ਉਹਨਾਂ ਨੂੰ ਮਿਲਦਾ ਹੈ ਜਿਨ ਹਰ ਵੇਖੈ ਨਜ਼ਰ ਨਿਹਾਲ, ਜਿਨ੍ਹਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਜੀਆਂ ਨੇ ਮਿਹਰ ਦੀ ਨਜ਼ਰ ਦੇ ਨਾਲ ਵੇਖਿਆ ਹੈ, ਜਿਨ੍ਹਾਂ ਦੇ ਉੱਪਰ ਮਿਹਰ ਕੀਤੀ ਹੈ, ਨਾਮ ਉਹਨਾਂ ਨੂੰ ਮਿਲਿਆ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਰੂਪ ਨੇ ਅਕਾਲ ਪੁਰਖ ਦਾ, ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ ਭਾਈ, ਉਹ ਗੁਰੂ ਨੂੰ ਮਿਲਦੇ ਨੇ। ਜਿਹੜੇ ਗੁਰੂ ਨੂੰ ਮਿਲੇ ਨੇ ਉਹਨਾਂ ਦੀ ਝੋਲੀ ਵਿੱਚ ਨਾਮ ਦੀ ਖੈਰ ਪੈਂਦੀ ਹੈ। ਮਹਲਾ ਤੀਜਾ ਸਿਫਤ ਖਜ਼ਾਨਾ ਬਖਸ਼ੈ, ਜਿਸ ਬਖਸ਼ੈ ਸੋ ਖਰਚੇ ਖਾਏ। ਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਸਿਫਤੀ ਪਰਮਾਤਮਾ ਹੈ ਉਸ ਦਾ ਜਿਹੜਾ ਬਖਸ਼ਿਸ਼ ਰੂਪ ਖਜ਼ਾਨਾ ਹੈ। ਪਰਮਾਤਮਾ ਦਾ ਖਜ਼ਾਨਾ ਕੀ ਹੈ? ਬਖਸ਼ਿਸ਼, ਮਿਹਰ। ਸਿਫਤੀ ਪਰਮਾਤਮਾ ਦਾ ਜਿਹੜਾ ਖਜ਼ਾਨਾ ਹੈ ਬਖਸ਼ਿਸ਼ ਰੂਪ, ਜਿਸ ਨੂੰ ਬਖਸ਼ਦਾ ਹੈ ਨਾ, ਵੀ ਆਹ ਭਾਈ ਦਾਤ ਤੈਨੂੰ ਦਿੱਤੀ, ਆਹ ਬਖਸ਼ਿਸ਼ ਤੈਨੂੰ ਦਿੱਤੀ, ਪ੍ਰਾਪਤੀ ਉਹਨੂੰ ਹੁੰਦੀ ਹੈ। ਫਿਰ ਉਹ ਆਪ ਵੀ ਖਰਚਦਾ ਹੈ, ਆਪ ਵੀ ਖਾਂਦਾ ਹੈ ਪਰਮਾਤਮਾ ਦੀ ਬਖਸ਼ਿਸ਼ ਨੂੰ, ਤੇ ਖਾਏ ਫਿਰ ਦੂਜਿਆਂ ਨੂੰ ਵੀ ਖਿਲਾਉਂਦਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਜਿਹੜਾ ਬਖਸ਼ਿਸ਼ ਹੈ ਨਾ ਪਰਮਾਤਮਾ ਦਾ ਨਾਮ, ਉਹ ਗੁਰਮੁਖ ਆਪ ਵੀ ਜਪਦਾ ਹੈ ਤੇ ਦੂਸਰਿਆਂ ਦੇ ਕੋਲੋਂ ਵੀ ਨਾਮ ਜਪਾਉਂਦਾ ਹੈ। ਸਤਿਗੁਰੂ ਜੀਆਂ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਗੁਰੂ ਦਾ ਸਿੱਖ ਇਹੋ ਜਿਹਾ ਹੋਣਾ ਚਾਹੀਦਾ ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਆਪ ਤੇ ਜਪਦਾ ਹੀ ਪਿਆ, ਵਾਹਿਗੁਰੂ ਮੰਤਰ ਦਾ ਚਿੰਤਨ ਕਰਦਾ ਪਿਆ, ਪਰ ਦੂਜਿਆਂ ਨੂੰ ਵੀ ਉਦਮ ਦੇਵੇ, ਦੂਜਿਆਂ ਨੂੰ ਵੀ ਨਾਮ ਜਪਣ ਵਾਸਤੇ ਪ੍ਰੇਰੇ। ਉਹ ਹੈ ਗੁਰੂ ਦਾ ਸਿੱਖ, ਉਹ ਹੈ ਬਖਸ਼ਿਸ਼ ਵਾਲਾ ਪ੍ਰਾਣੀ। ਪ੍ਰਭਾਤ ਫੇਰੀਆਂ ਚੱਲਦੀਆਂ ਨਾ, ਅੰਮ੍ਰਿਤ ਵੇਲੇ ਆਪਾਂ ਘਰਾਂ ਘਰਾਂ ਵਿੱਚ ਜਾਂਦੇ ਆ। ਉਦਮ ਕੀਤਾ ਹੈ ਇੱਕ ਵਿਅਕਤੀ ਨੇ, ਉਦਮ ਕੀਤਾ ਦੋ ਵਿਅਕਤੀਆਂ ਨੇ, ਪਰ ਉਹਦੇ ਨਾਲ ਕਿੰਨੇ ਲੋਕ ਜੁੜ ਗਏ, ਕਿੰਨੀ ਸੰਗਤ ਜੁੜ ਗਈ ਜਾਣ ਵਾਲੀ, ਕਿੰਨੀ ਸੰਗਤ ਜੁੜ ਗਈ ਆਉਣ ਵਾਲੀ, ਕਿੰਨੀ ਸੰਗਤ ਜੁੜ ਗਈ ਗਲੀ ਮੁਹੱਲੇ ਵਾਲੀ। ਬਹਾਨੇ ਦੇ ਨਾਲ ਸਾਰਿਆਂ ਨੇ ਨਾਮ ਜਪ ਲਿਆ, ਸਾਰਿਆਂ ਨੇ ਨਾਮ ਸੁਣ ਲਿਆ। ਮਹਾਰਾਜ ਕਹਿਣ ਲੱਗੇ ਆਪ ਜਪੈ ਅਵਰੈ ਨਾਮ ਜਪਾਏ। ਗੁਰੂ ਦਾ ਸਿੱਖ ਇਹੋ ਜਿਹਾ ਹੋਣਾ ਚਾਹੀਦਾ ਵੀ ਮੈਂ ਤੇ ਨਾਮ ਜਪਦਾ ਪਿਆ, ਪਰ ਕੋਈ ਬਹਾਨਾ ਇਹੋ ਜਿਹਾ ਬਣ ਜਾਵੇ ਮੇਰੇ ਨਾਲ ਮਿਲ ਕੇ ਹੋਰ ਵੀ ਸੰਗਤਾਂ ਗੁਰੂ ਦੇ ਨਾਮ ਨੂੰ ਜਪ ਲੈਣ। ਤੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਪ੍ਰਥਾ ਸ਼ੁਰੂ ਕੀਤੀ ਸੀ ਵੀ ਇਸ ਤਰ੍ਹਾਂ ਨਾਮ ਜਪਣਾ, ਇਸ ਤਰ੍ਹਾਂ ਨਗਰ ਦੀ ਪਰਿਕਰਮਾ ਕਰਨੀ। ਰੋ ਵਿਚਾਰ ਪਾਤਸ਼ਾਹ ਕਹਿਣ ਲੱਗੇ ਭਗਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੇ ਸੋ ਖਰਚਾ ਖਾਏ। ਸਿਫਤੀ ਪਰਮਾਤਮਾ ਦਾ ਬਖਸ਼ਿਸ਼ ਰੂਪ ਖਜ਼ਾਨਾ ਜਿਨ੍ਹਾਂ ਗੁਰਮੁਖਾਂ ਨੂੰ ਮਿਲਿਆ। ਖਜ਼ਾਨਾ ਕੀ? ਪਰਮਾਤਮਾ ਦਾ ਨਾਮ। ਉਹ ਗੁਰਮੁਖ ਆਪ ਵੀ ਨਾਮ ਜਪਦੇ ਤੇ ਦੂਜਿਆਂ ਨੂੰ ਵੀ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ। ਸਤਿਗੁਰ ਬਿਨ ਹੱਥ ਨਾ ਆਵਈ,
ਸਭ ਥੱਕੇ ਕਰਮ ਕਮਾਏ। ਦੀ ਕਿਰਪਾ ਬਿਨਾ ਇਹ ਨਾਮ ਦਾ ਖਜ਼ਾਨਾ ਹੱਥ ਨਹੀਂ ਆਉਂਦਾ। ਭਾਵੇਂ ਕੋਈ ਬੰਦਾ ਜਿੰਨੇ ਮਰਜ਼ੀ ਕਰਮ ਕਰ ਲਵੇ, ਜਿੰਨੇ ਮਰਜ਼ੀ ਯਤਨ ਕਰ ਲਵੇ ਵੀ ਮੈਂ ਆਪਣੇ ਆਪ ਹੀ ਸਭ ਕੁਝ ਕਰ ਲਵਾਂਗਾ, ਨਹੀਂ। ਜਿੰਨਾ ਚਿਰ ਗੁਰੂ ਨਹੀਂ ਨਾ ਤਰੁੱਠਦਾ, ਗੁਰੂ ਬਖਸ਼ਿਸ਼ ਨਹੀਂ ਕਰਦਾ, ਨਾਮ ਦਾ ਕਿਣਕਾ ਝੋਲੀ ਨਹੀਂ ਪੈਣਾ, ਉਹਨਾਂ ਚਿਰ ਨਾਮ ਨਹੀਂ ਜਪਿਆ ਜਾਣਾ। ਸਤਿਗੁਰ ਬਿਨ ਹਾਥ ਨਾ ਆਵਈ, ਗੁਰਮੁਖਾਏ ਬਚਨ ਪੱਲੇ ਬੰਨ ਲੈ। ਗੁਰੂ ਕਿਰਪਾ ਬਿਨਾ ਨਾਮ ਹੱਥ ਵਿੱਚ ਨਹੀਂ ਆਉਂਦਾ ਹੈ। ਸਭ ਥੱਕੇ ਕਰਮ ਕਮਾਏ, ਤੇਰੇ ਤੋਂ ਪਹਿਲਾਂ ਕਈ ਆਏ ਦੁਨੀਆ ਵਿੱਚ, ਬੜੇ ਬੜੇ ਯਤਨ ਕੀਤੇ, ਉਹਨਾਂ ਨੇ ਕਰਮ ਕਾਂਡ ਕੀਤੇ, ਪਰ ਉਹ ਵਿਚਾਰੇ ਥੱਕ ਕੇ ਦੁਨੀਆ ਤੋਂ ਚਲੇ ਗਏ, ਮੁੱਕ ਕੇ ਦੁਨੀਆ ਤੋਂ ਚਲੇ ਗਏ, ਪਰ ਨਾਮ ਨੂੰ ਪ੍ਰਾਪਤੀ ਨਹੀਂ ਕਰ ਸਕੇ। ਇਸ ਕਰਕੇ ਉਹਨਾਂ ਵਾਲੀ ਗਲਤੀ ਤੂੰ ਨਾ ਕਰ ਜੋ ਪਹਿਲਿਆਂ ਨੇ ਕੀਤੀ ਹੈ। ਤੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਨੂੰ ਗ੍ਰਹਿਣ ਕਰਨਾ ਕਰ। ਨਾਨਕ ਮਨਮੁਖ ਜਗਤ ਧਨਹੀਨ ਹੈ, ਅੱਗੇ ਭੁੱਖਾ ਕੇ ਖਾਏ। ਸਤਿਗੁਰੂ ਬਖਸ਼ਿਸ਼ ਕਰਦੇ, ਜਿਹੜਾ ਮਨਮੁਖ ਵਿਅਕਤੀ ਹੈ ਨਾ, ਉਹ ਨਾਮ ਧਨ ਤੋਂ ਖਾਲੀ ਹੈ। ਮਨਮੁਖ ਬੰਦੇ ਕੋਲ ਦੁਨੀਆ ਦਾ ਪਦਾਰਥ ਤੇ ਹੋ ਸਕਦਾ ਹੈ, ਆਪਾਂ ਆ ਸਕਦੇ ਇਹਦਾ ਘਰ ਬੜਾ ਵੱਡਾ ਹੈ, ਇਹਦੇ ਕੋਲ ਗੱਡੀ ਬੜੀ ਵੱਡੀ ਹੈ, ਇਹਦੀਆਂ ਰਿਸ਼ਤੇਦਾਰੀਆਂ ਬੜੀਆਂ ਵੱਡੀਆਂ ਨੇ, ਇਹਦੀ ਪਹੁੰਚ ਬੜੀ ਵੱਡੀ ਹੈ। ਦੁਨੀਆ ਦੇ ਪਦਾਰਥ ਤੇ ਹੋ ਸਕਦੇ ਨੇ ਮਨਮੁਖ ਵਿਅਕਤੀ ਦੇ ਕੋਲ, ਪਰ ਪਾਤਸ਼ਾਹ ਕਹਿਣ ਲੱਗੇ ਅਸਲ ਵਿੱਚ ਨਾਮ ਧਨ ਤੋਂ ਖਾਲੀ ਹੈ, ਉਹਦੇ ਕੋਲ ਨਾਮ ਦਾ ਖਜ਼ਾਨਾ ਕੋਈ ਨਹੀਂ ਹੈ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਸੋ ਰੱਬ ਸੇਤੀ ਦੇਖਣੇ ਦੀਦਾਰ। ਬਾਣੀ ਦਾ ਬਚਨ ਹੈ, ਜਿਸ ਦੇ ਕੱਪੜੇ ਬਾਹਰੋਂ ਮਸਤਾਨਿਆਂ ਵਾਲੇ, ਦੀਵਾਨਿਆਂ ਵਾਲੇ, ਫਕੀਰਾਂ ਵਾਲੇ ਵੇਖਣ ਨੂੰ ਲੱਗਦਾ ਇਹ ਖਾਲੀ ਹੈ, ਇਹਦੇ ਕੋਲ ਕੁਝ ਨਹੀਂ ਹੈ, ਪਰ ਅਸਲ ਵਿੱਚ ਜਿਨ ਪਟ ਅੰਦਰ ਬਾਹਰ ਗੁੱਦੜ, ਜਿਹਦੇ ਅੰਦਰ ਪਰਮਾਤਮਾ ਦਾ ਨਾਮ ਹੈ, ਉਹ ਬਾਹਰੋਂ ਭਾਵੇਂ ਕਿਸ ਤਰ੍ਹਾਂ ਦਾ ਵੀ ਲੱਗੇ, ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ। ਤੇ ਭਲੇ ਸੰਸਾਰ, ਉਹ ਚੰਗੇ ਨੇ ਜਿਨ ਰੰਗ ਲੱਗਾ ਰੱਬ ਸੇਤੀ ਦੇਖਣੇ ਦੀਦਾਰ, ਜਿਨ੍ਹਾਂ ਨੂੰ ਪਰਮਾਤਮਾ ਦੇ ਵੇਖਣ ਦਾ ਇਸ਼ਕ ਲੱਗ ਗਿਆ ਵੀ ਮੈਂ ਰੱਬ ਨੂੰ ਵੇਖਣਾ ਹੈ, ਉਹਨਾਂ ਵਰਗਾ ਦੂਜਾ ਕੋਈ ਨਹੀਂ ਹੋ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨਮੁਖ ਜਗਤ ਧਨਹੀਨ ਹੈ। ਮਨਮੁਖ ਬੰਦਿਆਂ ਦੇ ਨਾਲ ਜਗਤ ਭਰਿਆ ਪਿਆ, ਦੁਨੀਆ ਭਰੀ ਪਈ ਹੈ, ਪਰ ਉਹ ਮਨਮੁਖ ਬੰਦੇ ਨਾਮ ਦੇ ਧਨ ਤੋਂ ਖਾਲੀ ਨੇ। ਅੱਗੇ ਭੁੱਖਾ ਕੇ ਖਾਏ, ਜਦੋਂ ਦੁਨੀਆ ਛੱਡ ਕੇ ਜਾਣੀ ਹੈ ਨਾ, ਤੇ ਫਿਰ ਜਦੋਂ ਭੁੱਖ ਲੱਗੇਗੀ ਰਸਤੇ ਵਿੱਚ ਕੀ ਖਾਵੇਗਾ। ਸੁਖਮਨੀ ਸਾਹਿਬ ਦਾ ਪਾਠ ਆਪਾਂ ਕਰਦੇ ਹਾਂ, ਤੇ ਮਹਾਰਾਜ ਕਹਿਣ ਲੱਗੇ ਜਹਾਂ ਤ੍ਰਿਖਾ ਮਨ ਤੁਝਿਆ ਕਰਖੈ। ਜਦੋਂ ਰਾਹ 'ਤੇ ਚੱਲੇਗਾ ਜਮਾਂ ਦੇ ਨਾਲ, ਤੈਨੂੰ ਪਿਆਸ ਲੱਗੇਗੀ, ਤੇ ਉਸ ਵੇਲੇ ਤੂੰ ਕੀ ਮੰਗੇਗਾ। ਜਹਾਂ ਤ੍ਰਿਖਾ ਮਨ ਤੁਝਿਆ ਕਰਖੈ, ਤ੍ਰਿਖਾ ਪਿਆਸ ਲੱਗੇਗੀ, ਮਨ ਨੂੰ ਖਿੱਚੇਗੀ। ਤੇ ਜੇ ਨਾਮ ਜਪਿਆ ਹੋਵੇਗਾ ਨਾ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ, ਰੱਬ ਦਾ ਨਾਮ ਅੰਮ੍ਰਿਤ ਬਣ ਕੇ ਤੇਰੀ ਪਿਆਸ ਨੂੰ ਬੁਝਾਏਗਾ। ਇਸ ਪੌੜੀ ਵਿੱਚ, ਇਹਨਾਂ ਪੰਕਤੀਆਂ ਵਿੱਚ ਮਹਾਰਾਜ ਨੇ ਦੱਸਿਆ ਵੀ ਪ੍ਰਲੋਕ ਦੇ ਰਾਹ ਦੇ ਵਿੱਚ ਤੈਨੂੰ ਲੋੜ ਪਵੇਗੀ, ਤੇ ਰੱਬ ਦਾ ਨਾਮ ਤੇਰੇ ਕੋਲ ਸਭ ਤੋਂ ਵੱਡਾ ਖਜ਼ਾਨਾ ਹੋਵੇਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰੱਬ ਦੇ ਨਾਮ ਦਾ ਜਿਨ੍ਹਾਂ ਕੋਲ ਕਿਣਕਾ ਹੈ ਹੀ ਨਹੀਂ, ਰੱਬ ਦਾ ਨਾਮ ਜਿਨ੍ਹਾਂ ਨੇ ਜਪਿਆ ਹੀ ਨਹੀਂ, ਉਹ ਪ੍ਰਲੋਕ ਰਾਹ ਤੋਂ ਫਿਰ ਕੀ ਲੈਣਗੇ, ਕੀ ਉਹਨਾਂ ਨੂੰ ਪ੍ਰਾਪਤੀ ਹੋਣੀ ਹੈ ਜਦੋਂ ਭੁੱਖ ਲੱਗਦੀ ਹੈ, ਜਦੋਂ ਲੋੜ ਪੈਂਦੀ ਹੈ। ਪੌੜੀ ਸਭ ਤੇਰੀ ਤੂੰ ਸਭ ਸਦਾ, ਸਭ ਤੁਧ ਪਾਇਆ। ਪੌੜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਬਖਸ਼ੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰਮਾਤਮਾ ਸਭ ਤੇਰੀ, ਇਹ ਸਾਰੀ ਸ੍ਰਿਸ਼ਟੀ ਬਣਾਈ ਹੋਈ ਤੇਰੀ ਹੈ, ਤੂੰ ਸਭ ਸਦਾ, ਤੂੰ ਸਾਰਿਆਂ ਦਾ ਮਾਲਕ ਹੈ। ਸ੍ਰਿਸ਼ਟੀ ਤੇਰੀ ਬਣਾਈ ਹੈ, ਤੂੰ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਤੂੰ ਖੁਦ ਮਾਲਕ ਹੈ। ਸਭ ਕਰੇ ਕਰਾਇਆ ਜੋ ਤੂੰ ਚਾਹੁੰਦਾ ਹੈ, ਜੋ ਤੂੰ ਕਰਦਾ ਹੈ, ਤੇਰਾ ਚਾਹਿਆ ਹੋਇਆ, ਤੇਰਾ ਕੀਤਾ ਕਰਾਇਆ ਹੋਇਆ ਦੁਨੀਆ ਕਰਦੀ ਹੈ। ਸਭਨਾ ਵਿੱਚ ਤੂੰ ਵਰਤਦਾ, ਤੂੰ ਸਭਨੀ ਧਿਆਇਆ। ਗੁਰੂ ਪਾਤਸ਼ਾਹ ਕਹਿਣ ਲੱਗੇ ਸਭ ਤੁਧ ਉਪਾਇਆ, ਸਾਰੇ ਤੂੰ ਪੈਦਾ ਕੀਤੇ ਨੇ। ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦੇ ਲਾਇਆ, ਦੇਖੈ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਦਿਓ। ਸੰਸਾਰ ਪੈਦਾ ਕੀਤਾ, ਪੈਦਾ ਕਰਕੇ ਫਿਰ ਸਾਰਿਆਂ ਨੂੰ ਸਿਰ ਬਸਿਰ ਧੰਦੇ 'ਤੇ ਲਾਇਆ, ਕੰਮ 'ਤੇ ਲਾਇਆ ਹੋਇਆ। ਕੋਈ ਕੰਮ ਕਰਦਾ ਪਿਆ, ਕੋਈ ਕੰਮ ਕਰਦਾ ਪਿਆ।
ਸਭਨਾਂ ਵਿੱਚ ਤੂੰ ਵਰਤਦਾ, ਫਿਰ ਸਾਰਿਆਂ ਦੇ ਵਿੱਚ ਤੂੰ ਵਰਤਦਾ ਵੀ ਪਿਆ, ਸਾਰਿਆਂ ਦੇ ਅੰਦਰ ਬੈਠਾ ਵੀ ਹੋਇਆ ਹੈ, ਸਾਰਿਆਂ ਨੂੰ ਪ੍ਰੇਰਦਾ ਵੀ ਪਿਆ ਹੈ ਕੰਮ ਕਰਨ ਵਾਸਤੇ। ਤੂੰ ਸਭਨੀ ਧਿਆਇਆ, ਜਿਹੜੇ ਗੁਰਮੁਖ ਨੇ ਉਹਨਾਂ ਨੇ ਤੇਰੇ ਨਾਮ ਨੂੰ ਧਿਆਇਆ ਹੈ, ਉਹਨਾਂ ਨੇ ਤੇਰੇ ਨਾਮ ਨੂੰ ਜਪਿਆ ਹੈ, ਉਹ ਤੇਰੇ ਨਾਮ ਨੂੰ ਧਿਆਉਂਦੇ ਹਨ। ਜਿਸ ਦੀ ਤੂੰ ਭਗਤ ਥਾਏ ਪਾਹੇ, ਜੋ ਤੁਧ ਮਨ ਪਾਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਤੇਰੇ ਮਨ ਨੂੰ ਭਾਗ ਹੈ ਉਹਨਾਂ ਦੀ ਭਗਤੀ ਥਾਂ ਪੈਂਦੀ ਹੈ, ਭਗਤੀ ਕੀਤੀ ਹੋਈ ਵੀ ਉਹਨਾਂ ਦੀ ਥਾਂ ਪੈਣੀ ਹੈ। ਜਿਹੜੇ ਰੱਬ ਨੂੰ ਭਾ ਜਾਂਦੇ ਤੇ ਭਾਉਂਦੇ ਕੌਣ ਨੇ? ਜਿਹੜੇ ਹੁਕਮ ਮੰਨਦੇ, ਜਿਹੜੇ ਭਾਣਾ ਮੰਨਦੇ। ਜਿਹੜੇ ਭਾਣਾ ਨਹੀਂ ਨਾ ਮੰਨਦੇ ਉਹਨਾਂ ਨੂੰ ਪ੍ਰਾਪਤੀ ਕੋਈ ਨਹੀਂ ਹੈ। ਕਹਿਣ ਲੱਗੇ ਇੱਕ ਸਾਧੂ ਜਿਹੜਾ ਹੈ ਨਾ ਰੁੱਖ ਦੇ ਥੱਲੇ ਬੈਠਾ ਤਪ ਕਰਦਾ ਪਿਆ, ਉਸ ਸਾਧੂ ਦੇ ਕੋਲੋਂ ਤਪ ਕਰਦੇ ਨੂੰ ਵੇਖ ਕੇ ਇਹ ਕੋਈ ਆਮ ਵਿਅਕਤੀ ਹੀ ਸੰਸਾਰ ਦਾ ਆਪਣੇ ਵਰਗਾ ਉਹ ਵੀ ਬੈਠ ਗਿਆ ਕਿ ਜੇ ਇਹ ਤਪ ਕਰਦਾ ਪਿਆ ਸਾਧੂ ਰੱਬ ਨੂੰ ਮਿਲਣ ਵਾਸਤੇ ਤੇ ਮੈਂ ਵੀ ਤਪ ਕਰਾਂ, ਮੈਨੂੰ ਵੀ ਰੱਬ ਮਿਲੇਗਾ। ਤੇ ਕਹਿਣ ਲੱਗੇ ਜਦੋਂ ਸਾਧੂ ਤਪ ਕਰਦਾ ਪਿਆ ਨਾ ਨਾਰਦ ਜੀ ਕੋਲੋਂ ਲੰਘ ਪਏ ਤੇ ਨਾਰਦ ਜੀ ਨੂੰ ਉਹ ਸਾਧੂ ਕਹਿਣ ਲੱਗਾ, ਕਹਿੰਦਾ ਵੀ ਜਾ ਕੇ ਭਗਵਾਨ ਨੂੰ ਪੁੱਛੋ ਮੈਨੂੰ ਕਿੰਨੇ ਸਾਲ ਤਪ ਕਰਨਾ ਪਵੇਗਾ, ਕਦੋਂ ਮੈਨੂੰ ਮਿਲਣਗੇ, ਸਮਾਂ ਤਰੀਕ ਦੱਸ ਦਿਓ, ਮਿਲੇਗਾ ਕਦੋਂ ਰੱਬ ਮੈਨੂੰ ਆ ਕੇ। ਤੇ ਨਾਰਦ ਮੁਨੀ ਜੀ ਕਹਿਣ ਲੱਗੇ ਠੀਕ ਹੈ, ਮੈਂ ਭਗਵਾਨ ਦੇ ਦਰਬਾਰ ਜਾਵਾਂਗਾ, ਪੁੱਛਾਂਗਾ ਤੇਰੇ ਬਾਰੇ ਵੀ ਤੈਨੂੰ ਕਦੋਂ ਮਿਲਣਾ। ਜਦੋਂ ਥੋੜ੍ਹਾ ਜਿਹਾ ਅੱਗੇ ਲੰਘੇ ਤੇ ਉਹ ਜਿਹੜਾ ਆਮ ਵਿਅਕਤੀ ਬੈਠਾ ਸੀ ਨਾ ਵਿਚਾਰਾ, ਉਹਨੇ ਵੀ ਪੁੱਛ ਲਿਆ, ਕਹਿਣ ਲੱਗਾ ਮੇਰੇ ਬਾਰੇ ਵੀ ਪੁੱਛਿਓ ਵੀ ਮੈਨੂੰ ਕਿੰਨਾ ਕੁ ਚਿਰ ਤਪ ਕਰਨਾ ਪਵੇਗਾ, ਨਾਮ ਜਪਣਾ ਪਵੇਗਾ। ਕਹਿਣ ਲੱਗੇ ਠੀਕ ਹੈ, ਤੇਰੇ ਬਾਰੇ ਵੀ ਪੁੱਛ ਲਵਾਂਗੇ। ਤੇ ਜਦੋਂ ਨਾਰਦ ਜੀ ਗਏ ਨਾ ਭਗਵਾਨ ਦੇ ਦਰਬਾਰ ਦੇ ਵਿੱਚ ਤੇ ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਜੀ ਥੱਲੇ ਇੱਕ ਸਾਧੂ ਤਪ ਕਰਦਾ ਪਿਆ, ਰੁੱਖ ਦੇ ਬੂਟੇ ਨੂੰ ਢੋ ਲਾ ਕੇ, ਬੜਾ ਵੱਡਾ ਰੁੱਖ ਹੈ ਉਹਦੇ ਥੱਲੇ ਬੈਠਾ ਉਹ ਬੰਦਗੀ ਕਰਦਾ ਪਿਆ, ਉਹਦਾ ਸਵਾਲ ਇਹ ਹੈ ਵੀ ਤੁਸੀਂ ਉਹਨੂੰ ਕਦੋਂ ਮਿਲੋਗੇ। ਤੇ ਭਗਵਾਨ ਜੀਆਂ ਨੇ ਬਚਨ ਆਖਿਆ, ਕਹਿਣ ਲੱਗੇ ਉਹ ਸਾਧੂ ਨੂੰ ਕਹਿ ਦੇ ਵੀ ਸਾਲਾਂ ਦੀ ਗੱਲ ਤੇ ਛੱਡ ਦੇਵੇ, ਜਿੰਨੇ ਉਹ ਰੁੱਖ ਦੇ ਪੱਤੇ ਨੇ ਨਾ ਇੰਨੇ ਜਨਮ ਲੈਣੇ ਪੈਣਗੇ ਤੇ ਫਿਰ ਮੈਂ ਮਿਲਾਂਗਾ। ਨਾਰਦ ਜੀਆਂ ਨੇ ਸੁਣਿਆ ਬਚਨ ਤੇ ਉਹ ਸਾਧੂ ਨੂੰ ਆ ਕੇ ਦੱਸਿਆ, ਕਹਿਣ ਲੱਗੇ ਭਗਵਾਨ ਜੀ ਕਹਿੰਦੇ ਜਿਸ ਰੁੱਖ ਦੇ ਥੱਲੇ ਬੈਠਾ ਜਿੰਨੇ ਪੱਤੇ ਨੇ ਇੰਨੇ ਜਨਮ ਤਾਪ ਕਰੇਗਾ ਫਿਰ ਮਿਲਾਂਗਾ। ਜਦੋਂ ਗੱਲ ਸੁਣੀ ਤੇ ਬੜਾ ਗੁੱਸਾ ਆਇਆ, ਕਹਿਣ ਲੱਗਾ ਪੱਤਿਆਂ ਦੀ ਗਿਣਤੀ ਥੋੜ੍ਹੀ ਹੈ, ਇਹ ਤੇ ਹਜ਼ਾਰਾਂ ਪੱਤੇ ਤੇ ਹਜ਼ਾਰਾਂ ਜਨਮ ਲੱਗ ਜਾਣਗੇ, ਰੱਬ ਤੇ ਮਿਲਣਾ ਬੜਾ ਔਖਾ। ਗਲ ਦੇ ਵਿੱਚ ਪਾਈ ਹੋਈ ਮਾਲਾ ਲਾ ਕੇ ਸੁੱਟ ਦਿੱਤੀ, ਸਾਧੂਆਂ ਵਾਲੇ ਕੱਪੜੇ ਲਾ ਕੇ ਸੁੱਟ ਦਿੱਤੇ, ਕਹਿਣ ਲੱਗਾ ਮੈਂ ਨਹੀਂ ਕਰਦਾ ਤਾਪ ਇਹੋ ਜਿਹਾ, ਇੰਨਾ ਸਮਾਂ ਲਾ ਕੇ ਰੱਬ ਮਿਲਣਾ ਮੈਂ ਨਹੀਂ ਮਿਲਣਾ ਚਾਹੁੰਦਾ। ਨਾਰਾਜ਼ ਹੋ ਗਏ, ਗੁੱਸੇ ਦੇ ਨਾਲ ਉੱਠ ਕੇ ਆਪਣੇ ਘਰ ਨੂੰ ਚਲਾ ਗਿਆ, ਮੈਂ ਨਹੀਂ ਸਾਧੂ ਬਣਨਾ। ਹੁਣ ਸਾਧੂ ਦੀ ਤੇ ਇਹ ਕਿਰਿਆ। ਜਦੋਂ ਨਾਰਦ ਜੀ ਅੱਗੇ ਗਏ ਤੇ ਉਹ ਜਿਹੜਾ ਆਮ ਵਿਅਕਤੀ ਬੈਠਾ ਸੀ ਨਾ ਉਹਨੇ ਪੁੱਛਿਆ, ਕਹਿਣ ਲੱਗਾ ਜੀ ਮੇਰੇ ਬਾਰੇ ਕੀ ਵਿਚਾਰ ਹੈ, ਮੈਨੂੰ ਕਿੰਨਾ ਸਮਾਂ ਲੱਗੇਗਾ, ਮੈਨੂੰ ਕਦੋਂ ਮਿਲੇਗਾ ਰੱਬ। ਉਹੀ ਜਿਹੜਾ ਉੱਤਰ ਸੀ ਉਹਨੂੰ ਦਿੱਤਾ। ਨਾਰਦ ਜੀ ਕਹਿਣ ਲੱਗੇ ਵੀ ਭਗਵਾਨ ਜੀਆਂ ਦਾ ਬਚਨ ਹੈ ਜਿਸ ਰੁੱਖ ਦੇ ਥੱਲੇ ਬੈਠ ਕੇ ਤਪ ਕਰਦਾ ਪਿਆ ਜਿੰਨੇ ਪੱਤੇ ਨੇ ਇੰਨੇ ਜਨਮ ਬੰਦਗੀ ਕਰ ਫਿਰ ਪ੍ਰਾਪਤੀ ਹੋਵੇਗੀ। ਜਦੋਂ ਇਹ ਗੱਲ ਸੁਣੀ ਤੇ ਉੱਠ ਕੇ ਨੱਚਣ ਲੱਗ ਪਿਆ, ਖੁਸ਼ ਹੋ ਗਿਆ। ਤੇ ਪੁੱਛਿਆ ਨਾਰਦ ਨੇ ਖੁਸ਼ ਕਿਉਂ ਹੋਇਆ, ਕਹਿਣ ਲੱਗਾ ਸ਼ੁਕਰ ਹੈ ਮੈਂ ਕਿਸੇ ਗਿਣਤੀ ਵਿੱਚ ਤੇ ਆਇਆ। ਪੱਤਿਆਂ ਦੀ ਤੇ ਗਿਣਤੀ ਹੈ ਨਾ ਵੀ 1000 ਹੋਣਗੇ 2000 ਹੋਣਗੇ, ਮੈਂ ਕਿਸੇ ਗਿਣਤੀ ਵਿੱਚ ਤੇ ਆਇਆ ਜਿਹਨੇ ਇਸ ਜਨਮ ਦੇ ਵਿੱਚ ਮੈਨੂੰ ਬੰਦਗੀ ਕਰਨ ਲਾ ਦਿੱਤਾ, ਉਹ ਬਾਕੀ ਜਨਮਾਂ ਵਿੱਚ ਵੀ ਆਪੇ ਹੀ ਬੰਦਗੀ ਕਰਵਾਵੇਗਾ, ਆਪੇ ਜਨਮ ਪੂਰੇ ਹੋ ਜਾਣਗੇ ਤੇ ਫਿਰ ਮੈਨੂੰ ਮਿਲ ਜਾਏਗਾ। ਮੈਂ ਤੇ ਖੁਸ਼ ਹੋ ਗਿਆ ਵੀ ਮੈਂ ਗਿਣਤੀ ਵਿੱਚ ਆ ਗਿਆ, ਮੈਂ ਖੁਸ਼ ਹੋ ਗਿਆ, ਮੈਂ ਉਹਦੀ ਨਿਗਾਹ ਵਿੱਚ ਆ ਗਿਆ। ਜਦੋਂ ਇੰਨੀ ਗੱਲ ਆਖੀ ਤੇ ਕਹਿਣ ਲੱਗੇ ਉਸੇ ਵੇਲੇ ਭਗਵਾਨ ਜੀ ਪ੍ਰਗਟ ਹੋ ਗਿਆ, ਕਹਿਣ ਲੱਗੇ ਅਸੀਂ ਤੇ ਪਰਖਦੇ ਪਏ ਸੀ ਵੀ ਤੇਰਾ ਕਿੰਨਾ ਕੁ ਸਿਦਕ ਹੈ, ਕਿੰਨਾ ਕੁ ਸਿਰੜ ਹੈ, ਕਿੰਨਾ ਕੁ ਭਰੋਸਾ ਹੈ ਤੇਰਾ। ਉਹ ਸਮੇਂ ਨੂੰ ਨਹੀਂ ਵੇਖਦਾ, ਉਹ ਜਨਮਾਂ ਨੂੰ ਨਹੀਂ ਵੇਖਦਾ, ਉਹ ਭਰੋਸੇ ਨੂੰ ਵੇਖਦਾ ਹੈ ਵੀ ਇਹਦਾ ਭਰੋਸਾ ਕਿੰਨਾ ਕੁ ਹੈ, ਇਹ ਮੇਰੇ ਕਹਿਣੇ ਨੂੰ ਕਿੰਨਾ ਕੁ ਮੰਨਦਾ ਹੈ। ਜਿਹੜਾ ਸਾਧੂ ਬਣਿਆ ਸੀ ਉਹ ਭਰੋਸਾ ਨਹੀਂ ਕਰ ਪਾਇਆ, ਇੰਨੇ ਜਨਮ ਕਿੱਥੋਂ ਭਗਤੀ ਕਰਾਂਗਾ, ਛੱਡ ਦੇਵਾਂ। ਆਮ ਵਿਅਕਤੀ ਚੱਲ ਕੇ ਆਇਆ, ਕਹਿਣ ਲੱਗਾ ਕੋਈ ਗੱਲ ਨਹੀਂ, ਗਿਣਤੀ ਵਿੱਚ ਤੇ ਆ ਗਿਆ, ਨਿਗਾਹ ਵਿੱਚ ਤੇ ਆ ਗਿਆ, ਕਦੇ ਤੇ ਮਿਲਾਂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤਿਸ ਦੀ ਤੂੰ ਭਗਤ ਥਾਏ ਪਾਏ,
ਭਗਤੀ ਥਾਂ ਉਹਦੀ ਪੈਂਦੀ ਹੈ ਜੋ ਤੁਧ ਮਨ ਭਾਇਆ, ਜਿਹੜਾ ਤੇਰੇ ਮਨ ਨੂੰ ਚੰਗਾ ਲੱਗਿਆ। ਤੇ ਚੰਗਾ ਉਹ ਲੱਗਦਾ ਜਿਹੜਾ ਉਹਦੇ ਕਹਿਣੇ ਵਿੱਚ ਰਹਿੰਦਾ। ਚੰਗਾ ਤੇ ਫਿਰ ਉਹੀ ਲੱਗਾ ਨਾ ਜਿਹੜਾ ਉੱਠ ਕੇ ਨੱਚਿਆ, ਕਹਿਣ ਲੱਗਾ ਸ਼ੁਕਰ ਹੈ ਗਿਣਤੀ ਵਿੱਚ ਆਇਆ। ਤੇ ਉਹਦੀ ਭਗਤੀ ਪੈ ਗਈ ਥਾਂ, ਉਹਨੂੰ ਮਿਲ ਗਿਆ ਉਸੇ ਵੇਲੇ। ਤੇ ਜਿਹੜਾ ਗਿਣਤੀ ਵਿੱਚ ਪੈ ਗਿਆ ਵੀ ਪਤਾ ਨਹੀਂ ਕਦੋਂ ਜਨਮ ਪੂਰੇ ਹੋਣਗੇ, ਉਹਨੂੰ ਪ੍ਰਾਪਤ ਨਹੀਂ ਹੋਇਆ। ਮਹਾਰਾਜ ਕਹਿਣ ਲੱਗੇ ਜਿਹੜੇ ਤੇਰੇ ਮਨ ਨੂੰ ਭਾ ਜਾਂਦੇ ਪ੍ਰਮਾਤਮਾ, ਉਹਨਾਂ ਦੀ ਭਗਤੀ ਤੂੰ ਥਾਂ ਪਾ ਦਿੰਦਾ ਹੈ। ਜੋ ਹਰ ਪ੍ਰਭ ਭਾਵੈ ਸੋ ਥੀਐ, ਸਭ ਕਰਨ ਤੇਰਾ ਕਰਾਇਆ। ਆਤਮਾ ਜੀ ਜੋ ਹਰ ਭਾਵੈ, ਜੋ ਤੈਨੂੰ ਭਾਉਂਦਾ ਹੈ, ਸੋ ਸਭ ਥੀਐ, ਹੁੰਦਾ ਵੀ ਉਹੀ ਹੈ। ਜੇ ਆਪਾਂ ਸਾਰੇ ਜਣੇ ਆਖੀਏ ਨਾ ਵੀ ਆਹ ਕੰਮ ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ, ਹੋਣਾ ਉਹ ਹੈ ਜੋ ਰੱਬ ਨੂੰ ਭਾਉਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੋ ਥੀਐ, ਹੁੰਦਾ ਉਹ ਹੈ ਜੋ ਤੈਨੂੰ ਭਾਉਂਦਾ ਹੈ। ਸਭ ਕਰਨ ਤੇਰਾ ਕਰਾਇਆ, ਅਸਲ ਵਿੱਚ ਤੇਰਾ ਕੀਤਾ ਹੋਇਆ ਹੀ ਦੁਨੀਆ ਕੰਮ ਕਰਦੀ ਹੈ। ਜੋ ਤੂੰ ਕਹਿੰਦਾ, ਜੋ ਤੂੰ ਚਾਹੁੰਦਾ ਨਾ ਵੀ ਆਹ ਹੋਣਾ ਚਾਹੀਦਾ, ਹੁੰਦਾ ਉਹੀ ਹੈ। ਸਭ ਤੇਰਾ ਕੀਤਾ ਹੋਇਆ ਇਹ ਦੁਨੀਆ ਕਾਰੋਬਾਰ ਕੰਮ ਕਰਦੀ ਹੈ। ਸੁਲਾਹਿਓ ਹਰ ਸਭਨਾ ਤੇ ਵੱਡਾ, ਜੋ ਸੰਤ ਜਨਾ ਕੀ ਪੈਜ ਰੱਖਦਾ ਆ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਸਲਾਹੁਤਾ ਉਹਦੀ ਕਰੋ, ਸਿਫਤ ਉਹਦੀ ਕਰੋ, ਵਡਿਆਈ ਉਹਦੀ ਕਰੋ। ਸਾਲਾਹੋ ਹਰ ਸਭਨਾ ਤੇ ਵੱਡਾ, ਜਿਹੜਾ ਸਾਰਿਆਂ ਤੋਂ ਵੱਡਾ। ਸਿਫਤ ਉਹਦੀ ਕਰ, ਬੰਦੇ ਦੇ ਨਾਲ ਨਾ ਬੰਦਿਆ ਜੁੜ, ਮੜੀ ਦੇ ਨਾਲ ਨਾ ਜੁੜ, ਰੁੱਖ ਦੇ ਨਾਲ ਨਾ ਜੁੜ ਜਾਈ। ਸਿਫਤ ਉਹਦੀ ਕਰ ਜਿਹੜਾ ਸਭ ਤੋਂ ਵੱਡਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਸੋ ਦਾਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ। ਜਿਹੜਾ ਐਡਾ ਵੱਡਾ ਹੈ ਉਸ ਪ੍ਰਮਾਤਮਾ ਦੇ ਨਾਮ ਨੂੰ ਧਿਆ, ਉਹਦੀ ਸਿਫਤ ਕਰ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਸਿਫਤ ਕਰੇਗਾ ਜੋ ਸੰਤ ਜਨਾਂ ਕੀ ਪੈਜ ਰੱਖਦਾ ਆਇਆ, ਜਿਹੜਾ ਸਾਧੂਆਂ ਦੀ ਜੁਗਾਂ ਜੁਗਾਂ ਤੋਂ ਇੱਜ਼ਤ ਰੱਖਦਾ ਆਇਆ, ਇੱਜ਼ਤ ਬਚਾਉਂਦਾ ਆਇਆ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜੁਗਾਂ ਜੁਗਾਂ ਵਿੱਚ ਭਗਤ ਪੈਦਾ ਕੀਤੇ, ਭਗਤ ਧਰੂ ਵਰਗੇ, ਭਗਤ ਪ੍ਰਹਿਲਾਦ ਵਰਗੇ। ਇਸੇ ਤਰ੍ਹਾਂ ਜਿਵੇਂ ਜਿਵੇਂ ਭਗਤ ਪੈਦਾ ਹੁੰਦੇ ਆਏ, ਉਹਨਾਂ ਭਗਤਾਂ ਦੀ ਉਹ ਇੱਜ਼ਤ ਵੀ ਆਪੇ ਹੀ ਰੱਖਦਾ ਆਇਆ, ਉਹਨਾਂ ਨੂੰ ਆਪ ਹੀ ਬਚਾਉਂਦਾ। ਭਗਤ ਅਮਰੀਕ ਵਰਗੇ ਜਿਹੜੇ ਭਗਤ ਸਨ, ਉਹਨਾਂ ਦੀ ਉਹ ਆਪ ਇੱਜ਼ਤ ਰੱਖਦਾ ਪਿਆ ਹੈ। ਭਗਤ ਕਬੀਰ ਸਾਹਿਬ ਵਰਗੇ ਹੋਏ ਨੇ, ਭਗਤ ਧੰਨਾ ਜੀ ਵਰਗੇ ਹੋਏ ਨੇ, ਭਗਤ ਨਾਮਦੇਵ ਜੀ ਵਰਗੇ ਹੋਏ ਨੇ। ਸਮੇਂ ਸਮੇਂ ਮੁਤਾਬਕ ਉਹਨਾਂ ਭਗਤਾਂ ਦੀ ਇੱਜ਼ਤ ਪਰਮਾਤਮਾ ਆਪ ਰੱਖਦਾ, ਆਪ ਬਚਾਉਂਦਾ ਆਇਆ। ਸਤਿਗੁਰੂ ਪਾਤਸ਼ਾਹ ਗੁਰੂ ਮਹਾਰਾਜ ਜੀਆਂ ਦੀ ਇਹ ਜਿਹੜੀ ਬਿਹਾਗੜੇ ਦੀ ਵਾਰ ਹੈ, ਪਹਿਲਾ ਸ਼ਲੋਕ ਅੱਜ ਆਪਾਂ ਸਰਵਣ ਕੀਤਾ। ਬਾਕੀ ਦੇ ਸ਼ਲੋਕ ਜਿਹੜੇ ਨੇ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਜੋ ਹਰ ਪ੍ਰਭ ਭਾਵੈ ਸੋ ਥੀਐ, ਸਭ ਕਰਨ ਤੇਰਾ ਕਰਾਇਆ। ਸਲਾਹਿਓ ਹਰ ਸਭਨਾ ਤੇ ਵੱਡਾ,